सतनाम वाहेगुरु सतनाम वाहेगुरु। वाहिगुरु जी का खालसा वाहिगुरु जी की फतेह। गुरु प्यारी गुरु सवारी साध संगत जी, आप जी जुड़ चुके हो इस शाम की गुरबाणी संथਿਆ ਦੀ ਕਲਾਸ ਵਿੱਚ, ਜਿਸ ਵਿੱਚ ਆਪਾਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਬਾਣੀ ਸ੍ਰੀ ਜਾਪ ਸਾਹਿਬ ਦੀ ਸੰਥਿਆ ਤੇ ਵਿਚਾਰ ਜਿਹੜੀ ਆ ਉਹ ਕਰ ਰਹੇ ਹਾਂ। ਸਤਿਗੁਰਾਂ ਦੀ ਅਪਾਰ ਦਇਆ ਸਦਕਾ ਆਪਾਂ 160 ਬੰਦ ਜਿਹੜੇ ਉਹ ਸੰਪੂਰਨ ਕਰ ਰਹੇ ਹਨ। ਅੱਜ ਆਪਾਂ 161ਵਾਂ ਬੰਦ ਜਿਹੜਾ ਹੈ ਉਹ ਆਰੰਭ ਕਰਨਾ ਹੈ, ਜੋ ਮਤ ਭਾਰ ਛੰਦ ਤਪ ਪ੍ਰਸਾਦ। ਇੱਥੋਂ ਇਹ ਬੰਦ ਦੀ ਆਰੰਭਤਾ ਹੁੰਦੀ ਹੈ। ਸੋ ਆਪ ਜਿੰਨੇ ਵੀ ਜੁੜ ਚੁੱਕੇ ਹੋ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ, ਜੋ ਆਪ ਜੀ ਵਿਸ਼ੇਸ਼ ਤੌਰ ਦੇ ਉੱਤੇ ਹਾਜ਼ਰੀ ਭਰ ਕੇ ਆਪਣਾ ਜੀਵਨ ਸਫਲਾ ਕਰਦੇ ਹੋ, ਗੁਰਬਾਣੀ ਦੇ ਨਾਲ ਜੁੜਦੇ ਹੋ, ਸਤਿਗੁਰਾਂ ਦੀ ਸਿੱਖਿਆ ਪ੍ਰਾਪਤ ਕਰਕੇ ਆਪਣੇ ਜੀਵਨ ਦੀ ਜਿਹੜੀ ਹੈ ਘਾਲ ਕਮਾਈ ਉਹ ਕਰਦੇ ਹੋ। ਸੋ ਆਪ ਸਭ ਸੰਗਤ ਦਾ ਧੰਨਵਾਦ। ਸੋ ਆਓ ਆਪਾਂ ਸਤਿਗੁਰਾਂ ਦੀ ਬਖਸ਼ੀ ਇਸ ਪਾਵਨ ਬਾਣੀ ਦਾ 161ਵਾਂ ਜਿਹੜਾ ਬੰਦ ਹੈ, ਕੱਲ੍ਹ ਆਪਾਂ ਮੂਲ ਪਾਠ ਇਸ ਛੰਦ ਦਾ ਕਰ ਲਿਆ ਸੀ। ਅੱਜ ਆਪਾਂ ਇਹਦੀ ਸੰਥਿਆ ਤੇ ਵਿਚਾਰ ਜਿਹੜੀ ਉਹ ਕਰਨੀ ਹੈ। ਸੋ ਆਓ ਆਪਾਂ ਆਰੰਭ ਕਰਦੇ ਹਾਂ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਬਖਸ਼ਿਸ਼ ਕਰਦੇ ਹਨ। ਮਦ ਭਾਰ ਛੰਦ ਤਪ ਪ੍ਰਸਾਦ। ਮਦ ਭਾਰ ਛੰਦ ਹੈ। ਸਤਿਗੁਰੂ ਕਹਿੰਦੇ ਮੈਂ ਤੇਰੀ ਕਿਰਪਾ ਦੇ ਨਾਲ, ਤੇਰੀ ਦਇਆ ਸਦਕਾ ਇਸ ਛੰਦ ਨੂੰ ਉਚਾਰਦਾ ਹਾਂ। ਮੁਨ ਮਨ ਪ੍ਰਣਾਮ। ਮੁਨ ਮਨ, ਮੁਨ ਦਾ ਅਰਥ ਮੁਨੀ ਲੋਕ, ਰਿਸ਼ੀ ਤਪੀ। ਇਹ ਪਰਮੇਸ਼ਵਰ, ਇਹ ਅਕਾਲ ਪੁਰਖ ਜੀ, ਜਿੰਨੇ ਵੀ ਮੁਨੀ ਹੋਏ ਸੰਸਾਰ ਤੇ ਹੋਣਗੇ ਜਾਂ ਹੋ ਰਹੇ ਹਨ, ਉਹ ਆਪ ਜੀ ਨੂੰ ਆਪਣੇ ਚਿੱਤ ਨਾਲ, ਆਪਣੇ ਮਨ ਦੇ ਨਾਲ ਪ੍ਰਣਾਮ ਕਰਦੇ ਆ, ਨਮਸਕਾਰ ਕਰਦੇ ਆ। ਭਾਵ ਉਹ ਸਦਾ ਹੀ ਤੇਰੇ ਅੱਗੇ ਝੁਕੇ ਰਹਿੰਦੇ ਆ, ਤੈਨੂੰ ਹੀ ਉਹ ਨਮਸਕਾਰਾਂ ਕਰਦੇ ਆ। ਜਿੰਨੇ ਵੀ ਮੁਨੀ ਹੋਏ ਆ, ਜਿੰਨੇ ਵੀ ਜਿਹੜੇ ਆ ਮਨੁੱਖ ਹੋਏ ਆ, ਜਿਨ੍ਹਾਂ ਨੇ ਤਪ ਕੀਤੇ, ਜਿਨ੍ਹਾਂ ਨੇ ਘਾਲਣਾ ਕਮਾਈਆਂ ਕੀਤੀਆਂ, ਇਹ ਪਰਮੇਸ਼ਵਰ ਜੀ ਉਹ ਤੁਹਾਨੂੰ ਹੀ ਸਦਾ, ਤੁਹਾਨੂੰ ਹੀ ਜਿਹੜਾ ਹੈ ਨਮਸਕਾਰਾਂ ਕਰਦੇ ਹਨ, ਤੁਹਾਡੇ ਅੱਗੇ ਹੀ ਝੁਕਦੇ ਹਨ। ਗੁਣ ਗਨ ਮੁਦਾਮ। ਗੁਣ ਭਾਵ ਇਹ ਪਰਮੇਸ਼ਵਰ ਤੇਰੇ ਜਿਹੜੇ ਗੁਣ ਹਨ, ਗਣ ਭਾਵ ਗੁਣਾਂ ਦਾ ਸਮੂਹ, ਆਪ ਜੀ ਗੁਣਾਂ ਦੇ ਭੰਡਾਰੇ ਹੋ। ਗੁਣ ਗਨ ਮੁਦਾਮ, ਮੁਦਾਮ ਦਾ ਅਰਥ ਹੁੰਦਾ ਸਦਾ। ਇਹ ਪਰਮੇਸ਼ਵਰ ਜੀ ਸਦਾ ਹੀ ਤੁਹਾਡੇ ਕੋਲ ਗੁਣਾਂ ਦੇ ਭੰਡਾਰੇ ਰਹੇ ਹਨ। ਆਪ ਜੀ ਗੁਣਾਂ ਦੇ ਨਾਲ ਭਰੇ ਪਏ ਹੋ। ਬਹੁਤ ਗੁਣ ਹਨ ਆਪ ਜੀ ਦੇ ਅੰਦਰ, ਜਿਹੜੇ ਗੁਣ ਕਹੇ ਨਹੀਂ ਜਾ ਸਕਦੇ। ਇੰਨੇ ਗੁਣ ਆਪ ਜੀ ਦੇ ਅੰਦਰ ਹਨ, ਆਪ ਜੀ ਦੇ ਵਿੱਚ ਹਨ। ਗੁਣ ਗਨ ਮੁਦਾਮ। ਇਹ ਪਰਮੇਸ਼ਵਰ, ਇਹ ਅਕਾਲ ਪੁਰਖ ਜੀ, ਆਪ ਜੀ ਗੁਣਾਂ ਦੇ ਖਜ਼ਾਨੇ ਹੋ, ਗੁਣਾਂ ਦੇ ਭੰਡਾਰ ਹੋ। ਤੇ ਇਹ ਜਿਹੜੇ ਗੁਣ ਹਨ ਤੁਹਾਡੇ ਕੋਲ ਥੋੜ੍ਹੇ ਨਹੀਂ, ਬਹੁਤ ਹਨ। ਆਪ ਜੀ ਭਰੇ ਪਏ ਹੋ, ਸਦਾ ਹੀ ਭਰੇ ਰਹਿੰਦੇ ਹੋ ਗੁਣਾਂ ਦੇ ਭੰਡਾਰਾਂ ਨਾਲ। ਅਰ ਬਰ ਅਗੰਜ। ਅਰ ਬਰ ਅਗੰਜ, ਅਰ ਦਾ ਅਰਥ ਹੁੰਦਾ ਹੈ ਸਾਧ ਸੰਗਤ ਵੈਰੀ, ਦੁਸ਼ਮਣ। ਅਰ ਬਰ, ਬਰ ਦਾ ਅਰਥ ਹੁੰਦਾ ਹੈ ਵੱਡਾ। ਇਹ ਪਰਮੇਸ਼ਵਰ ਆਪ ਜੀ ਵੱਡੇ ਵੱਡੇ ਦੁਸ਼ਮਣਾਂ ਨੂੰ, ਅਰ ਬਰ ਅਗੰਜ, ਅਗੰਜ ਦਾ ਅਰਥ ਹੁੰਦਾ ਨਾ ਜਿੱਤਿਆ ਜਾਣ ਵਾਲਾ। ਆਪ ਜੀ ਵੱਡੇ ਵੱਡੇ ਦੁਸ਼ਮਣਾਂ ਦੇ ਕੋਲੋਂ ਵੀ, ਆਪ ਜੀ ਵੱਡੇ ਵੱਡੇ ਦੁਸ਼ਮਣਾਂ ਤੋਂ ਵੀ ਜਿਹੜੇ ਉਹ ਜਿੱਤੇ ਨਹੀਂ ਜਾ ਸਕਦੇ। ਵੱਡੇ ਵੱਡੇ ਦੁਸ਼ਮਣ ਵੀ ਆਪ ਜੀ ਨੂੰ ਜਿੱਤ ਨਹੀਂ ਸਕਦੇ। ਜਿੰਨੇ ਵੀ ਦੁਸ਼ਮਣ ਹੋਣਗੇ ਉਹ ਆਪ ਜੀ ਨੂੰ ਜੋ ਹੈ ਉਹ ਜਿੱਤ ਨਹੀਂ ਸਕਦੇ। ਆਪ ਜੀ ਨੂੰ ਕਦੀ ਵੀ ਕੋਈ ਵੀ ਜਿੱਤ ਨਹੀਂ ਸਕਦਾ। ਅਰ ਬਰ ਅਗੰਜ, ਹਰ ਨਰ ਪ੍ਰਪੰਜ। ਹਰ ਨਰ, ਹਰ ਦਾ ਅਰਥ ਇਹ ਹਰੀ ਜੀ, ਇਹ ਪਰਮੇਸ਼ਵਰ ਜੀ। ਨਰ ਦਾ ਅਰਥ ਹੈ ਮਨੁੱਖ। ਹਰ ਨਰ ਪ੍ਰਪੰਜ। ਇਹ ਪਰਮੇਸ਼ਵਰ, ਇਹ ਪ੍ਰਮਾਤਮਾ। ਪ੍ਰਪੰਜ ਦਾ ਅਰਥ ਹੈ ਨਾਸ਼ ਕਰਨ ਵਾਲਾ।
ਤੂੰ ਜਿੰਨੇ ਵੀ ਸੰਸਾਰ ਦੇ ਉੱਤੇ ਮਨੁੱਖ ਹਨ ਉਹਨਾਂ ਨੂੰ ਨਾਸ਼ ਕਰਨ ਵਾਲਾ ਹੈ, ਉਹਨਾਂ ਨੂੰ ਖਤਮ ਕਰਨ ਵਾਲਾ ਹੈ। ਹਰ ਨਰ ਦਾ ਅਰਥ ਨਰਸਿੰਘ ਵੀ ਹੁੰਦਾ ਹੈ। ਨਰਸਿੰਘ ਭਾਵ ਜਿਹੜਾ ਅਵਤਾਰ ਹੋਇਆ ਹੈ, ਨਰਸਿੰਘ ਅਵਤਾਰ। ਇਹ ਪਰਮੇਸ਼ਵਰ ਜੀ ਤੁਸੀਂ ਉਸ ਨਰਸਿੰਘ ਅਵਤਾਰ ਨੂੰ ਵੀ ਖਤਮ ਕਰਨ ਵਾਲੇ, ਤੁਸੀਂ ਉਹਦੇ ਤੋਂ ਵੀ ਵੱਡੇ ਹੋ, ਉਹਦੇ ਤੋਂ ਵੀ ਆਪ ਜੀ ਵੱਡੇ ਹੋ। ਇਸ ਕਰਕੇ ਹਰ ਨਰ ਪ੍ਰਪੰਚ ਆਪ ਜੀ ਖਤਮ ਕਰਨ ਵਾਲੇ ਹੋ, ਨਾਸ਼ ਕਰਨ ਵਾਲੇ। 1 ਮਿੰਟ ਦੇ ਵਿੱਚ ਅਨਗਨ ਪ੍ਰਣਾਮ, ਅਨਗਨ ਅਣਗਿਣਤ ਆਪ ਜੀ ਨੂੰ ਨਮਸਕਾਰਾਂ ਕਰਦੇ ਪਏ ਹਨ। ਅਨਗਨ ਪ੍ਰਣਾਮ, ਅਣਗਿਣਤ ਹੀ ਮਨੁੱਖ ਆਪ ਜੀ ਨੂੰ ਨਮਸਕਾਰਾਂ ਕਰ ਰਹੇ ਹਨ, ਮੱਥੇ ਟੇਕਦੇ ਹਨ ਆਪ ਜੀ ਦੇ ਅੱਗੇ। ਮਨ ਮਨ ਸਲਾਮ, ਜਿੰਨੇ ਵੀ ਮੁਨੀ ਲੋਕ ਹਨ, ਤਪੀ ਲੋਕ ਹਨ, ਜੋ ਸੰਸਾਰ 'ਤੇ ਹੋਏ ਜਾਂ ਹੋਣਗੇ ਜਾਂ ਹੋ ਰਹੇ ਹਨ, ਉਹ ਸਾਰੇ ਹੀ ਹੇ ਅਕਾਲ ਪੁਰਖ, ਹੇ ਪਰਮੇਸ਼ਵਰ ਜੀ, ਉਹ ਆਪ ਜੀ ਨੂੰ ਸਲਾਮ ਕਰਦੇ ਹਨ। ਭਾਵ ਆਪ ਜੀ ਦੇ ਹੀ ਅੱਗੇ ਉਹ ਝੁਕ ਰਹੇ ਹਨ, ਆਪ ਜੀ ਨੂੰ ਹੀ ਨਮਸਕਾਰਾਂ ਕਰ ਰਹੇ ਹਨ। ਮਨ ਮਨ ਸਲਾਮ। ਹਰ ਨਰ ਅਖੰਡ, ਅਖੰਡ ਦਾ ਅਰਥ ਹੈ ਸਾਧ ਸੰਗਤ ਖਤਮ ਕਰ ਦੇਣਾ। ਭਾਵ ਵਾਹਿਗੁਰੂ ਮੁਕੰਮਲ, ਸੰਪੂਰਨ। ਹਰ ਨਰ ਅਖੰਡ, ਅਖੰਡ ਦਾ ਅਰਥ ਹੈ ਸੰਪੂਰਨ। ਇਹ ਪਰਮੇਸ਼ਵਰ ਜੀ ਹਰ ਮਨੁੱਖ ਦੇ ਅੰਦਰ ਆਪ ਜੀ ਸੰਪੂਰਨ ਹੋ, ਪੂਰੇ ਤੌਰ ਦੇ ਉੱਤੇ ਹਰ ਮਨੁੱਖ ਦੇ ਅੰਦਰ ਵਸ ਰਹੇ। ਹਰ ਜੀਵ ਦੇ ਅੰਦਰ, ਹਰ ਮਨੁੱਖ ਦੇ ਅੰਦਰ ਆਪ ਜੀ ਦਾ ਵਾਸਾ ਹੈ। ਹਰ ਨਰ ਅਖੰਡ, ਬਰ ਨਰ ਅਮੰਡ। ਬਰ ਨਰ, ਹੇ ਪਰਮੇਸ਼ਵਰ ਜੀ, ਬਰ ਨਰ ਆਪ ਜੀ ਵੱਡਾ ਰੂਪ ਹੋ ਕਰਕੇ, ਸ੍ਰੇਸ਼ਟ ਰੂਪ ਹੋ ਕਰਕੇ ਸਾਰਿਆਂ ਦੇ ਵਿੱਚ ਜਿੰਨੇ ਵੀ ਮਨੁੱਖ ਹਨ ਉਹਨਾਂ ਦੇ ਵਿੱਚ ਵਸ ਰਹੇ ਹੋ। ਅਮੰਡ, ਅਮੰਡ ਦਾ ਅਰਥ ਹੁੰਦਾ ਹੈ ਸਜਾਵਟ, ਉਹਨਾਂ ਨੂੰ ਸਜਾ ਰਹੇ ਹੋ। ਜਿੰਨੇ ਵੀ ਨਰ ਹਨ ਆਪ ਜੀ ਵੱਡਾ ਰੂਪ ਹੋ ਕਰਕੇ ਉਹਨਾਂ ਦਾ ਸੁਆਪਣ ਦਾ ਕਾਰਨ ਹੋ। ਭਾਵ ਉਹਨਾਂ ਨੂੰ ਆਪ ਜੀ ਜਿਹੜਾ ਹੈ ਉਹ ਸਜਾਉਣ ਵਾਲੇ ਹੋ। ਬਰ ਨਰ ਅਮੰਡ, ਨਰ ਦਾ ਅਰਥ ਆਪਾਂ ਹੁਣੇ ਇੱਕ ਹੋਰ ਕੀਤਾ ਹੈ ਨਰਸਿੰਘ ਅਵਤਾਰ। ਇੱਕ ਇਹ ਵੀ ਅਰਥ ਆਪਾਂ ਲੈ ਸਕਦੇ ਹਾਂ ਕਿ ਇਹ ਪਰਮੇਸ਼ਵਰ, ਇਹ ਅਕਾਲ ਪੁਰਖ, ਜਿਹੜਾ ਵੱਡਾ ਨਰਸਿੰਘ ਹੈ ਨਾ, ਉਹਨੂੰ ਨਰਸਿੰਘ ਨੂੰ ਵੀ ਸਜਾਉਣ ਵਾਲੇ ਤੁਸੀਂ ਹੋ। ਬਰ ਨਰ ਅਮੰਡ, ਉਹਨੂੰ ਬਣਾਉਣ ਵਾਲੇ, ਉਹਨੂੰ ਸਜਾਉਣ ਵਾਲੇ ਵੀ ਤੁਸੀਂ ਆਪ ਹੋ। ਆਪ ਐਸੇ ਹੋ, ਮਨੁੱਖਾਂ ਤੋਂ ਸ੍ਰੇਸ਼ਟ ਹੋ ਤੇ ਆਪ ਜੀ ਨੂੰ ਕਿਸੇ ਸਜਾਵਟ ਦੀ ਲੋੜ ਨਹੀਂ। ਐਸੇ ਆਪ ਜੀ ਅਕਾਲ ਪੁਰਖ ਹੋ। ਅਨੁਭਵ ਅਨਾਸ, ਅਨੁਭਵ ਆਪਣੇ ਆਪ ਤੋਂ ਜਿਹੜਾ ਪ੍ਰਕਾਸ਼ਮਾਨ ਹੋਵੇ। ਇਹ ਅਕਾਲ ਪੁਰਖ ਜੀ ਅਨੁਭਵ ਅਨਾਸ, ਤੁਸੀਂ ਨਾਸ਼ ਰਹਿਤ ਹੋ। ਤੁਹਾਡਾ ਜਿਹੜਾ ਪ੍ਰਕਾਸ਼ ਹੈ ਆਪਣੇ ਆਪ ਤੋਂ ਹੋਇਆ, ਇਹ ਨਾਸ਼ ਰਹਿਤ ਹੈ, ਇਹਨੂੰ ਨਾਸ਼ ਨਹੀਂ ਕੀਤਾ ਜਾ ਸਕਦਾ। ਮਨ ਮਨ ਪ੍ਰਕਾਸ਼, ਫਿਰ ਜਿੰਨੇ ਵੀ ਮੁਨੀ ਹੋਏ ਹਨ, ਤਪੀ ਹੋਏ ਹਨ, ਜਪੀ ਹੋਏ ਹਨ, ਉਹਨਾਂ ਨੂੰ ਪ੍ਰਕਾਸ਼ ਦੇਣ ਵਾਲੇ ਵੀ ਤੁਸੀਂ। ਉਹ ਤੁਹਾਡੇ ਕੋਲੋਂ ਹੀ ਸਾਰਾ ਪ੍ਰਕਾਸ਼ ਮੰਗਦੇ, ਉਹ ਤੁਹਾਡੇ ਅੱਗੇ ਝੁਕ ਕੇ ਤੁਹਾਡੇ ਕੋਲੋਂ ਪ੍ਰਕਾਸ਼ ਮੰਗਦੇ ਆ। ਉਹ ਵੀ ਤੁਹਾਡੇ ਕੋਲੋਂ ਹੀ ਆਣ ਕੇ ਪ੍ਰਕਾਸ਼ ਦੀ ਜਾਚਨਾ ਕਰਦੇ ਆ ਕਿ ਇਹ ਪਰਮੇਸ਼ਵਰ ਸਾਨੂੰ ਪ੍ਰਕਾਸ਼ ਬਖਸ਼। ਤੁਹਾਡੇ ਅੱਗੇ ਹੀ ਸਾਰੇ ਝੁਕਦੇ ਹਨ ਪਰਮੇਸ਼ਵਰ ਜੀ, ਤੁਹਾਨੂੰ ਹੀ ਨਮਸਕਾਰ ਕਰਦੇ ਆ ਸਾਰੇ ਆ ਕੇ। ਮਨ ਮਨ ਪ੍ਰਕਾਸ਼, ਇਹ ਪਰਮੇਸ਼ਵਰ, ਉਹ ਮੁਨੀ ਲੋਕ ਵੀ ਤੁਹਾਡੇ ਕੋਲੋਂ ਹੀ ਜਿਹੜਾ ਹੈ ਉਹ ਆਣ ਕੇ ਪ੍ਰਕਾਸ਼ ਮੰਗਦੇ ਹਨ। ਗੁਣ ਗਨ ਪ੍ਰਣਾਮ, ਗੁਣ ਗਨ ਪ੍ਰਣਾਮ। ਇਹ ਪਰਮੇਸ਼ਵਰ ਜੀ ਆਪ ਜੀ ਦੇ ਗੁਣ ਹਨ ਤੇ ਉਹ ਗੁਣ ਬਹੁਤ ਹਨ ਆਪ ਜੀ ਦੇ ਵਿੱਚ। ਆਪ ਜੀ ਗੁਣਾਂ ਦੇ ਭੰਡਾਰ ਹੋ, ਗੁਣਾਂ ਦੇ ਨਾਲ ਭਰੇ ਹੋਏ ਹੋ। ਗੁਣ ਗਨ ਪ੍ਰਣਾਮ, ਇਸ ਕਰਕੇ ਸਾਰੀ ਦੁਨੀਆ ਆਪ ਜੀ ਨੂੰ ਨਮਸਕਾਰ ਕਰਦੀ ਹੈ। ਇਹ ਕਹਿ ਕੇ ਨਮਸਕਾਰ ਕਰਦੀ ਹੈ ਕਿ ਆਪ ਜੀ ਗੁਣਾਂ ਦੇ ਭੰਡਾਰ ਹੋ। ਜਲ ਥਲ ਮੁਦਾਮ, ਜਲ ਪਾਣੀ ਦੇ ਵਿੱਚ, ਥਲ ਧਰਤੀ ਦੇ ਵਿੱਚ, ਹਰ ਜਗ੍ਹਾ ਦੇ ਉੱਤੇ ਤੁਸੀਂ ਸਦਾ ਹੀ ਕਾਇਮ ਰਹਿੰਦੇ ਹੋ। ਮੁਦਾਮ ਦਾ ਅਰਥ ਸਦੀਵੀ, ਸਦਾ। ਆਪ ਜੀ ਸਦਾ ਹੀ ਧਰਤੀ ਦੇ ਵਿੱਚ ਤੇ ਜਲ ਦੇ ਵਿੱਚ ਕਾਇਮ ਰਹਿੰਦੇ ਹੋ, ਸਥਿਰ ਰਹਿੰਦੇ ਹੋ, ਕਿਤੇ ਜਾਂਦੇ ਨਹੀਂ। ਅਨਸ਼ਿਜ ਅੰਗ, ਅਨਸ਼ਿਜ ਦਾ ਅਰਥ ਹੁੰਦਾ ਸਿੱਜਣਾ,
ना सिजना, खत्म ना होना, पुराना ना होना। आप जी का जिहड़ा शरीर है अंग, आप जी का शरीर कभी भी पुराना नहीं हुंदा, कभी भी सिजण वाला नहीं है। ये ते बुढ़ेपा नहीं आता, ऐसा आप जी का शरीर है। अनसिज अंग आसन अपंग, आसन आप जी का जिहड़ा तख्त है वो कभी भी अपंग टुटण वाला नहीं है, कभी भी नाश होने वाला नहीं है। जिस आसन ते बैठ के आप जी सृष्टि नूं चला रहे हो। आसन अपंग उपमा अनंग, उपमा आप जी की बराबरी, उपमा अपार। हे परमेश्वर जी, आप जी की जिहड़ी बराबरी कोई नहीं कर सकता। आप जी अपहुंच हो, उपमा रहत हो, उपमा अपार है आप जी की, बेअंत उपमा है, उपमा नहीं कोई कर सकता। उपमा अपार, आप जी की उपमा बहुत वड्डी है। जो भी आप जी की उपमा करता है वो आप जी का ही रूप बन जाता है, पर आप जी की उपमा कोई हजे तक कर ही नहीं सकिया। उपमा अपार, गतमित उदार। फिर हे परमेश्वर जी, गत भाव हालात, मित का भाव होंदा है मापना, अंदाजा लाना। हे परमेश्वर जी, कोई अंदाजा नहीं ला सकता। उदार का अर्थ होंदा है बहुत वड्डी गल, बहुत वड्डी गल है ये कि हे परमेश्वर, हे अकाल पुरख, तू किड्डा वड्डा, ये भी नहीं कोई दस सकता। गत किहो जे हालात हैं तेरे, तू किवें दा है। मित कोई मिल नहीं सकता तू किवें दा है, किवें दी तेरी उपमा है, किवें दा तू बनिया है, किवें दा स्वरूप है, किन्ना वड्डा है किन्ना छोटा है। मित दा अर्थ मापना, आप जी नूं कोई माप नहीं सकता। ये बहुत वड्डी गल है कि आप जी जीवां दे विच रहिंदे हो, पर जीव आप जी की गिणती मिणती नहीं कर सकते। गत मित उदार, ऐसे हो आप जी परमेश्वर जी। जल थल अमंड, जल थल जल दे विच ते थल दे उपर, जल थल अमंड। आप जी जल अते धरती सब जगह नूं सजाउंदे हो, ते आप जी नूं किसी तरह की कोई अमंड दा अर्थ सजाउणा, सजावट, किसी तरह की सजावट की लोड़ नहीं है। सगों धरती भी तुसीं जिहड़ी सजाई हुई है, ते जल भी जिहड़ा है तुसीं ही सजाया होया है, पर तुहानूं किसी तरह की किसी सजावट की लोड़ नहीं है। जल थल अमंड, दिस विस अपंड, दिस विस, दिस दिशावां जिहड़ियां हन, विस भाव ਜਿਹੜੀਆਂ ਉਹਨਾਂ ਦਿਸ਼ਾ ਦੀਆਂ ਨੁੱਕਰਾਂ ਹਨ, ਜਿਵੇਂ ਚਾਰ ਦਿਸ਼ਾਵਾਂ ਹੋ ਗਈਆਂ ਤੇ ਚਾਰ ਹੀ ਉਹਨਾਂ ਦੀਆਂ ਰੁਕਣਾ ਹੋ ਗਈਆਂ। ਜਿਵੇਂ ਪੱਛਮ ਤੇ ਉੱਤਰ ਦੀ ਦੋਵੇਂ ਵਿਚਲਾ ਹਿੱਸਾ ਜਿਹੜਾ ਹੋ ਗਿਆ ਉਹਨੂੰ ਵਿਸਾ ਕਹਿ ਦਿੰਦੇ, ਵਿਸ ਕਹਿ ਦਿੰਦੇ ਆ। ਦਿਸ ਵਿਸ ਅਪੰਡ, हे परमेश्वर जी, आप जी दिशा विसा हर जगह ते फैले हुए हो, ते आप जी ने कोई अपंड भाव तोड़ नहीं सकता। दिस विस अपंड, वाहिगुरू, भंड का अर्थ ਹੁੰਦਾ इस्त्री। हे परमेश्वर जी, आप जी सब दिशावां दे विच फैले हुए हो, ते किसी इस्त्री तो पैदा होए नहीं हो। दिस विस वाहिगुरू अपंड, आप जी दिशा विशा दे विच फैले हुए हो, ते किसी भी इस्त्री तो आप जी पैदा नहीं होए कि इस जगह के उत्ते परमेश्वर जिहड़ा इस्त्री तो पैदा होया, इस तरह नहीं कोई भी हो सकता। सारियां दिशावां दे विच हो, सारी दिशा दियां विशा दे विच हो, फिर अपंड हो, इस्त्री तो बिना हो, इस्त्री तो पैदा नहीं होए। जल थल महंत, हे परमेश्वर जी, जल दे विच, थल दे विच, जल थल महंत, तू सब तो वड्डा है हर पासे। महंत का अर्थ वड्डा, जल दे विच थल दे विच तू वड्डा है, बेअंत है, वड्डा रूप हो करके विचर रहा है। दिस विस बेअंत, फिर जिन्नियां भी दिशावां हन, जिन्नियां भी दिशावां दीयां नुकरां हन, वो सारे पासे हे परमेश्वर तू ही मौजूद है, ते तेरा अंत जिहड़ा वो नहीं पाया जा सकता। दिस विस बेअंत, तेरा अंत परमेश्वर वो नहीं पाया जा सकता। अनभाव, अनभव अनास, त्रित धर तुरास, अनभव अनास, त्रित धर तुरास। हे परमेश्वर जी, अनभव अनास, आप जी का जिहड़ा प्रकाश है वो खत्म नहीं होने वाला, अविनाशी स्वरूप हो तुसीं। अनभव अनास,
ਆਪ ਜੀ ਦਾ ਜਿਹੜਾ ਸਰੂਪ ਹੈ ਉਹ ਕਦੀ ਵੀ ਖਤਮ ਨਹੀਂ ਹੋ ਸਕਦਾ, ਅਨਾਸ਼ ਨਾਸ਼ ਨਹੀਂ ਹੋ ਸਕਦਾ। ਐਸਾ ਆਪ ਜੀ ਦਾ ਪ੍ਰਕਾਸ਼ ਹੈ। ਧਰਿਤ ਧਰ ਧੁਰਾਸ, ਧਰਿਤ ਦਾ ਅਰਥ ਧਰਤੀ, ਧਰ ਧੁਰਾਸ ਭਾਵ ਧਰੰਤਰ, ਭਾਵ ਉਸ ਧਰਤੀ ਦੇ ਤੁਸੀਂ ਹੀ ਧੁਰਾਸ ਹੋ, ਤੁਸੀਂ ਹੀ ਸਰਦਾਰ ਹੋ ਸਾਰੀ ਜਗਤ ਦੇ। ਸਾਰੇ ਧਰਤੀ ਦੀ ਰਚਨਾ ਤੁਹਾਡੇ ਤੋਂ ਪੈਦਾ ਹੋਈ ਹੈ, ਇਸ ਕਰਕੇ ਤੁਸੀਂ ਸੰਸਾਰ ਦੇ, ਤੁਸੀਂ ਸ੍ਰਿਸ਼ਟੀ ਦੇ ਸਰਦਾਰ ਹੋ। ਧਰਿਤ ਧਰ ਧੁਰਾਸ, ਸਾਰੀ ਸ੍ਰਿਸ਼ਟੀ ਦੇ ਤੁਸੀਂ ਮਾਲਕ ਹੋ, ਸਰਦਾਰ ਹੋ। ਧਰਿਤ ਧਰ ਧੁਰਾਸ ਆ ਜਾਨ ਬਾਹ, ਆ ਜਾਨ, हे ਪਰਮੇਸ਼ਵਰ ਜੀ ਆ ਜਾਨ ਬਾਹ। ਉਹ ਜਿਹੜੀ ਜਗਤ ਦੀ ਰਚਨਾ ਦੇ ਵਸੀਲੇ ਹਨ, ਇਹਨਾਂ ਦੇ ਵਿੱਚ ਵੀ ਤੂੰ ਹੀ ਵਸ ਰਿਹਾ। ਆ ਜਾਨ ਬਾਹ ਭਾਵ ਜਿੰਨੀ ਵੀ ਸ੍ਰਿਸ਼ਟੀ ਬਣੀ ਹੈ ਨਾ, ਇਹ ਜਿੰਨੀ ਬਣ ਰਹੀ ਹੈ ਜਾਂ ਬਣ ਗਈ ਹੈ, ਉਹਨਾਂ ਨੂੰ ਬਣਾਉਣ ਦਾ ਜਿਹੜਾ ਵਸੀਲਾ ਹੈ ਉਹ ਤੂੰ ਹੈ, ਕਿਉਂਕਿ ਤੇਰੇ ਤੋਂ ਹੀ ਸਾਰਾ ਕੁਝ ਬਣ ਰਿਹਾ। ਇੱਕ ਹੈ ਸਦਾ ਹੋ, हे ਪਰਮੇਸ਼ਰ ਸਦਾ ਹੀ ਤੂੰ ਇੱਕ ਹੈ, ਇੱਕ ਹੈ ਸਦਾ ਹੋ, ਸਦਾ ਤੂੰ ਇੱਕ ਹੈ। ਇਹ ਨਹੀਂ ਕਿ ਕਿਸੇ ਪਾਸੇ ਸ੍ਰਿਸ਼ਟੀ ਕੋਈ ਹੋਰ ਬਣਾ ਰਿਹਾ ਤੇ ਦੂਸਰੇ ਪਾਸੇ ਕੋਈ ਹੋਰ ਬਣਾ ਰਿਹਾ, ਨਹੀਂ, ਤੂੰ ਇਕੱਲਾ ਹੀ ਸਾਰੀ ਸ੍ਰਿਸ਼ਟੀ ਨੂੰ ਬਣਾ ਰਿਹਾ ਹੈ ਤੇ ਸਾਰੀ ਸ੍ਰਿਸ਼ਟੀ ਨੂੰ ਬਣਾਉਣ ਦੇ ਵਸੀਲਿਆਂ ਦੇ ਵਿੱਚ ਵੀ ਤੂੰ ਖੁਦ ਹੈ। ਇੱਕ ਹੈ ਸਦਾ ਹੋ। ਓੰਕਾਰ ਆਦਿ, ਓੰ ਪਰਮੇਸ਼ਵਰ, हे ਪਰਮੇਸ਼ਵਰ ਜੀ ਆਪ ਜੀ ਇੱਕ ਰਸ ਵਿਆਪਕ ਹੋ ਸਭ ਜਗ੍ਹਾ ਦੇ ਉੱਤੇ। ਆਪ ਜੀ ਓੰਗ ਰੂਪ ਹੋ, ਪਰਮੇਸ਼ਰ ਰੂਪ ਹੋ, ਕਾਰ ਰੂਪ ਹੋ ਕਰਕੇ ਸਭ ਜਗ੍ਹਾ ਦੇ ਉੱਤੇ ਵਿਸਥਾਰ ਹੈ ਤੁਹਾਡਾ। ਓੰਕਾਰ ਆਦਿ, ਤੇ ਹੁਣ ਤੋਂ ਨਹੀਂ ਮੁੱਢ ਤੋਂ ਹੈ, ਸ਼ੁਰੂ ਤੋਂ ਹੀ, ਆਦਿ ਤੋਂ, ਜਦੋਂ ਤੋਂ ਸ੍ਰਿਸ਼ਟੀ ਬਣੀ ਹੈ ਉਦੋਂ ਤੋਂ ਹੀ ਪਰਮੇਸ਼ਵਰ ਜੀ, हे ਅਕਾਲ ਪੁਰਖ ਜੀ ਤੁਸੀਂ ਆਪ ਹੀ ਹੋ। ਤੁਹਾਡਾ ਆਪਣਾ ਸਰੂਪ ਓੰਕਾਰ ਕਾਰ ਰੂਪ ਹੋ ਕਰਕੇ ਫੈਲਿਆ ਹੋਇਆ ਹੈ। ਓੰਕਾਰ ਆਦਿ ਕਥਨੀ ਅਨਾਦ, ਤੇ हे ਪਰਮੇਸ਼ਵਰ ਜੀ ਆਪ ਜੀ ਨੂੰ ਕਥਨਾ ਜਿਹੜਾ ਹੈ ਉਹ ਕਿਵੇਂ ਕਥਿਆ ਜਾ ਸਕਦਾ ਹੈ? ਕਥਨੀ ਅਨਾਦ, ਕਿਉਂਕਿ ਆਪ ਜੀ ਅਨਾਦ ਹੋ, ਕਥੇ ਨਹੀਂ ਜਾ ਸਕਦੇ। ਕਥਨੀ ਅਨਾਦ ਭਾਵ ਜੀਵ ਦੇ ਨਾਲ ਕਥਿਆ ਨਹੀਂ ਜਾ ਸਕਦਾ, ਬਿਆਨ ਨਹੀਂ ਕੀਤਾ ਜਾ ਸਕਦਾ ਆਪ ਜੀ ਨੂੰ। ਸਾਰੇ ਜਗਤ ਨੂੰ ਆਪ ਜੀ ਵਿਆਪਕ ਹੋ ਹਰ ਜਗ੍ਹਾ ਦੇ ਉੱਤੇ, ਤੇ हे ਪਰਮੇਸ਼ਰ ਕਥਨ ਦੇ ਨਾਲ, ਕਹਿਣ ਦੇ ਨਾਲ ਵੀ ਤੇਰਾ ਜਿਹੜਾ ਹੈ ਅੰਤ ਨਹੀਂ ਪਾਇਆ ਜਾ ਸਕਦਾ। ਇਹ ਨਹੀਂ ਕਿਹਾ ਜਾ ਸਕਦਾ ਕਿ ਤੂੰ ਕਦੋਂ ਦਾ ਹੈ। ਕਥਨੀ ਅਨਾਦ, ਆਪ ਜੀ ਅਨਾਦ ਸਰੂਪ ਹੋ। ਖਲ ਖੰਡ ਖਿਆਲ, ਖਲ ਖੰਡ ਖਿਆਲ, हे ਪਰਮੇਸ਼ਰ ਜੀ ਖਲ ਦਾ ਅਰਥ ਹੁੰਦਾ ਹੈ ਦੁਸ਼ਟ, ਖੰਡ ਦਾ ਅਰਥ ਹੁੰਦਾ ਹੈ ਖਤਮ ਕਰਨਾ। ਖਲ ਖੰਡ ਖਿਆਲ, ਆਪ ਜੀ ਇੱਕ ਫੁਰਨੇ ਦੇ ਨਾਲ, ਖਿਆਲ ਦਾ ਅਰਥ ਫੁਰਨਾ, ਸੋਚ। ਪਰਮੇਸ਼ਰ ਜੀ ਇੱਕ ਫੁਰਨੇ ਦੇ ਨਾਲ ਆਪ ਜੀ ਦੁਸ਼ਟਾਂ ਨੂੰ ਨਾਸ਼ ਕਰਨ ਵਾਲੇ ਹੋ। ਖਲ ਖੰਡ ਖਿਆਲ, ਇੱਕ ਫੁਰਨੇ ਦੇ ਨਾਲ ਹੀ ਆਪ ਜੀ ਸਾਰੇ ਦੁਸ਼ਟਾਂ ਦਾ ਨਾਸ਼ ਕਰ ਦਿੰਦੇ ਹੋ। ਗੁਰਬਰ ਅਕਾਲ, ਗੁਰਬਰ ਅਕਾਲ, हे ਪਰਮੇਸ਼ਰ ਜੀ, हे ਅਕਾਲ ਪੁਰਖ ਜੀ ਆਪ ਜੀ ਗੁਰਬਰ ਅਕਾਲ, ਅਕਾਲ ਰੂਪ ਹੋ। ਤੇ ਗੁਰ ਦਾ ਅਰਥ ਹੈ ਪ੍ਰਕਾਸ਼, ਬਰ ਦਾ ਅਰਥ ਹੈ ਵੱਡਾ। हे ਪਰਮੇਸ਼ਰ ਜੀ ਆਪ ਜੀ ਵੱਡੇ ਹੀ ਅਕਾਲ ਰੂਪ ਹੋ, ਪ੍ਰਕਾਸ਼ ਰੂਪ ਹੋ। ਤੁਹਾਡੇ ਤੋਂ ਹੀ ਸਾਰਾ ਪ੍ਰਕਾਸ਼ ਸ੍ਰਿਸ਼ਟੀ ਦੇ ਵਿੱਚ ਫੈਲ ਰਿਹਾ ਹੈ ਤੇ ਆਪ ਜੀ ਨਾਸ਼ ਰਹਿਤ ਹੋ। ਕਿਸੇ ਤਰ੍ਹਾਂ ਦਾ ਕੋਈ ਤੁਹਾਨੂੰ ਕਾਲ ਵਿਆਪ ਨਹੀਂ ਸਕਦਾ। ਪ੍ਰਕਾਸ਼ ਰੂਪ ਹੋ ਕਰਕੇ ਆਪ ਜੀ ਸਭ ਜਗ੍ਹਾ ਦੇ, ਵੱਡਾ ਪ੍ਰਕਾਸ਼ ਰੂਪ ਹੋ ਕਰਕੇ ਸਭ ਜਗ੍ਹਾ ਦੇ ਉੱਤੇ ਆਪ ਹੀ ਹੋ। ਤੁਹਾਡੇ ਤੋਂ ਵੱਡਾ ਕੋਈ ਜਿਹੜਾ ਹੈ ਗੁਰੂ ਨਹੀਂ ਹੈ, ਤੁਹਾਡੇ ਤੋਂ ਵੱਡਾ ਕੋਈ ਪ੍ਰਕਾਸ਼ ਰੂਪ ਨਹੀਂ ਹੈ। ਗੁਰਬਰ ਅਕਾਲ, ਘਰ ਘਰ ਪ੍ਰਣਾਮ, हे ਪਰਮੇਸ਼ਵਰ ਘਰ ਘਰ ਦੇ ਵਿੱਚ ਜੀਵ ਤੈਨੂੰ ਪ੍ਰਣਾਮ ਕਰਦੇ ਹਨ, ਨਮਸਕਾਰਾਂ ਕਰਦੇ ਹਨ, ਮੱਥੇ ਟੇਕਦੇ ਹਨ ਕਿ ਇਹ ਪਰਮੇਸ਼ਵਰ ਤੂੰ ਬਹੁਤ ਵੱਡਾ ਹੈ। ਘਰ ਘਰ ਪ੍ਰਣਾਮ, ਚਿੱਤ ਚਰਨ ਨਾਮ, ਚਿੱਤ ਹਿਰਦੇ ਦੇ ਵਿੱਚ, ਚਰਨ ਨਾਮ ਹਿਰਦੇ ਦੇ ਵਿੱਚ ਨਾਮ ਜਪਦੇ ਹਨ ਸਾਰੇ ਜੀਵ ਤੇ ਤੇਰੇ ਚਰਨਾਂ ਦੇ ਉੱਤੇ ਝੁਕਦੇ ਹਨ। ਚਿੱਤ ਚਰਨ ਨਾਮ, ਨਾਮ ਜਪਦੇ ਹਨ ਤੇਰਾ, ਤੇਰੇ ਚਰਨਾਂ ਤੇ ਝੁਕ ਕੇ ਚਿੱਤ ਤੋਂ ਤੈਨੂੰ ਪੁਕਾਰਾਂ ਕਰਦੇ ਆ, ਚਿੱਤ ਦੇ ਵਿੱਚ ਤੇਰਾ ਨਾਮ ਵਸਾਉਂਦੇ ਆ। ਸਾਰੇ ਜੀਵਾਂ ਦੇ ਵਿੱਚ ਤੂੰ ਨਾਮ ਰੂਪ ਹੋ ਕਰਕੇ ਵਸਿਆ ਹੋਇਆ, ਚਿੱਤ ਦੇ ਵਿੱਚ ਉਹਨਾਂ ਦੇ ਨਾਮ ਰੂਪ ਹੋ ਕਰਕੇ ਵਸਿਆ ਹੋਇਆ ਤੇ ਤੇਰੇ ਚਰਨਾਂ ਤੇ ਸਾਰੇ ਜੀਵ ਝੁਕ ਰਹੇ ਹਨ। ਆਛਿਜ ਗਾਤ, ਆਛਿਜ, ਇਹ ਪਰਮੇਸ਼ਵਰ ਕਦੇ ਵੀ ਨਾਸ਼ ਨਾ ਹੋਣ ਵਾਲਾ, ਪੁਰਾਣਾ ਨਹੀਂ ਹੋਣ ਵਾਲਾ,
ਗਾਤ, ਗਾਤ ਦਾ ਅਰਥ ਹੈ ਸਰੀਰ। ਆਪ ਜੀ ਦਾ ਸਰੀਰ ਕਦੇ ਵੀ ਪੁਰਾਣਾ ਨਹੀਂ ਹੁੰਦਾ, ਭਾਵ ਆਪ ਜੀ ਨੂੰ ਕਦੀ ਬੁਢੇਪਾ ਨਹੀਂ ਆਉਂਦਾ। ਅਨਸ਼ ਜਗਾਤ ਆਜਿਜ ਨਾ ਬਾਤ, हे ਪਰਮੇਸ਼ਵਰ ਆਜਿਜ ਮੁਥਾਜ ਨਾ ਬਾਤ, ਇਹ ਕਿਸੇ ਗੱਲ ਦੀ ਮੁਥਾਜ ਨਹੀਂ ਹੈ, ਇਹ ਗੱਲ ਕੋਈ ਕਹਿਣ ਵਾਲੀ ਨਹੀਂ ਹੈ, ਇਹ ਕੋਈ ਗੱਲ ਕਹਿ ਨਹੀਂ ਸਕਦਾ, ਇਹ ਕਿਸੇ ਜਾਂ ਕਹਿ ਲਓ ਕਿ ਇਸ ਗੱਲ 'ਚ ਕੋਈ ਝੂਠ ਨਹੀਂ ਹੈ ਕਿ ਤੁਹਾਡਾ ਸਰੀਰ ਨਾਸ਼ ਹੋ ਜਾਵੇਗਾ। ਐਸੇ ਹੋ ਅਕਾਲ ਪੁਰਖ ਜੀ ਆਪ ਜੀ ਆਸ਼ਿਜ ਨਾ ਬਾਤ, ਇਹ ਬਾਤ ਕਿਸੇ ਤੋਂ ਲੁਕੀ ਨਹੀਂ ਰਹੀ, ਇਹ ਬਾਤ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ ਕਿ ਤੁਸੀਂ ਸਦੀਵੀ ਹੋ ਤੇ ਤੁਸੀਂ ਨਾ ਖਤਮ ਹੋਣ ਵਾਲੇ ਹੋ। ਅਨ ਝੰਜ ਗਾਤ, ਅਨ ਝੰਜ, ਝੰਜ ਦਾ ਅਰਥ ਹੁੰਦਾ ਝਗੜਾ ਝੇੜਾ, ਗਾਤ ਦਾ ਅਰਥ ਸਰੀਰ, ਹਸਤੀ, ਸਰੂਪ। ਇਹ ਪਰਮੇਸ਼ਰ ਤੇਰੀ ਜਿਹੜੀ ਹਸਤੀ ਹੈ, ਤੇਰਾ ਜਿਹੜਾ ਸਰੂਪ ਹੈ, ਉਹ ਇਹਨਾਂ ਝੰਜਟਾਂ ਤੋਂ ਮੁਕਤ ਹੈ, ਭਾਵ ਝਗੜਿਆਂ ਤੋਂ ਮੁਕਤ ਹੈ। ਆਪ ਜੀ ਬਖੇੜਿਆਂ ਤੋਂ ਝਗੜਿਆਂ ਤੋਂ ਦੂਰ ਹੋ, ਕਿਸੇ ਤਰ੍ਹਾਂ ਦੇ ਇਹਨਾਂ ਝਗੜਿਆਂ ਦੇ ਵਿੱਚ ਨਹੀਂ ਆਉਂਦੇ। ਅਨਰੰਜ ਬਾਤ, ਅਨਰੰਜ, ਰੰਜ ਦਾ ਅਰਥ ਹੁੰਦਾ ਹੈ ਉਹੀ ਝਗੜਾ, ਰੰਜਿਸ਼ ਜਿਹਨੂੰ ਆਪਾਂ ਕਹਿ ਦਿੰਦੇ ਹਾਂ, ਪਰ ਆਪ ਜੀ ਅਨਰੰਜ ਹੋ, ਆਪ ਝਗੜੇ ਤੋਂ, ਰੰਜ ਤੋਂ ਰਹਿਤ ਹੋ। ਆਪ ਜੀ ਦੀਆਂ ਗੱਲਾਂ, ਆਪ ਜੀ ਦੀ ਬਾਤ ਜਿਹੜੀ ਹੈ ਉਹ ਇਹਨਾਂ ਝਗੜਿਆਂ ਝੇੜਿਆਂ ਤੋਂ, ਇਹਨਾਂ ਰੰਜਿਸ਼ਾਂ ਤੋਂ ਪਰੇ ਹੈ। ਅਨ ਝੰਜ ਬਾਤ, ਅਨ ਰੰਜ ਬਾਤ, ਅਨ ਟੁੱਟ ਭੰਡਾਰ, ਅਨ ਟੁੱਟ ਭੰਡਾਰ, ਅਨ ਟੁੱਟ ਨਾ ਮੁੱਕਣ ਵਾਲੇ ਭੰਡਾਰ ਹਨ ਤੁਹਾਡੇ ਕੋਲ, ਭਗਤੀ ਦੇ, ਨਾਮ ਦੇ, ਸਿਮਰਨ ਦੇ ਖੁੱਲੇ ਭੰਡਾਰੇ ਹਨ ਭਰੇ ਹੋਏ ਜੀਵਾਂ ਵਾਸਤੇ। ਅਨ ਟੁੱਟ ਭੰਡਾਰ, ਅਨਠੱਟ ਅਪਾਰ, ਅਨਠੱਟ ਜਿਹੜਾ ਥਾਪਣ ਤੋਂ ਰਹਿਤ ਹੋਵੇ। ਇਹ ਪਰਮੇਸ਼ਵਰ ਜੀ ਆਪ ਅਪਾਰ ਰੂਪ ਹੋ ਤੇ ਆਪ ਜੀ ਨੂੰ ਕਿਸੇ ਤਰ੍ਹਾਂ ਕਿਤੇ ਸਥਾਪਿਤ ਨਹੀਂ ਕੀਤਾ ਜਾ ਸਕਦਾ। ਜਿਵੇਂ ਜੀਵ ਕਿਤੇ ਕਿਸੇ ਦੀ ਮੂਰਤੀ ਬਣਾ ਕੇ ਸਥਾਪਨ ਕਰਦੇ ਆ, ਕਿਤੇ ਕਿਸੇ ਦੀ ਮੂਰਤੀ ਬਣਾ ਕੇ ਸਥਾਪਨ ਕਰਦੇ ਆ, ਪਰ ਆਪ ਜੀ ਨੂੰ ਸਥਾਪਨ ਨਹੀਂ ਕੀਤਾ ਜਾ ਸਕਦਾ। ਆਡੀਠ ਧਰਮ ਅਤ ਢੀਠ ਕਰਮ, ਆਡੀਠ ਧਰਮ, ਆਡੀਠ ਆਂਡਿਠ ਜਿਹੜੇ ਦੇਖਿਆ ਨਹੀਂ ਜਾ ਸਕਦਾ। ਧਰਮ ਦਾ ਅਰਥ ਹੈ ਫਰਜ਼। ਆਪ ਸਾਰੇ ਜੀਵਾਂ ਦੇ ਪ੍ਰਤੀ ਆਪਣੇ ਫਰਜ਼ ਨਿਭਾਉਂਦੇ ਹੋ ਪਰਮੇਸ਼ਵਰ ਜੀ, ਪਰ ਆਪ ਜੀ ਨੂੰ ਕੋਈ ਦੇਖ ਨਹੀਂ ਸਕਦਾ। ਆਡੀਠ ਧਰਮ, ਸਾਰਿਆਂ ਦੇ ਪ੍ਰਤੀ ਆਪਣੇ ਆਪ ਜੀ ਧਰਮ ਨਿਭਾਉਂਦੇ ਹੋ, ਭਾਵ ਫਰਜ਼ ਨਿਭਾਉਂਦੇ ਹੋ। ਜਿਹੜੇ ਜਿਹੜੇ ਜੀਵਾਂ ਨੂੰ ਆਪ ਜੀ ਦੀ ਜ਼ਰੂਰਤ ਹੁੰਦੀ ਹੈ, ਉਹਨਾਂ ਦੇ ਕਰਮਾਂ ਅਨੁਸਾਰ ਆਪ ਜੀ ਉਹਨਾਂ ਦੇ ਫਰਜ਼ ਨਿਭਾਉਂਦੇ ਹੋ, ਉਹਨਾਂ ਦੀ ਰੱਖਿਆ ਕਰਦੇ ਹੋ, ਉਹਨਾਂ ਨੂੰ ਨਾਸ਼ ਕਰਦੇ ਹੋ, ਉਹਨਾਂ ਦੀ ਪਾਲਣਾ ਕਰਦੇ ਹੋ। ਇਹ ਆਪ ਜੀ ਦਾ ਫਰਜ਼ ਹੈ ਤੇ ਇਸ ਫਰਜ਼ ਨੂੰ ਆਪ ਨਿਭਾਉਂਦੇ ਹੋ, ਪਰ ਨਿਭਾਉਂਦੇ ਹੋਏ ਵੀ ਆਪ ਜੀ ਕਿਸੇ ਦੇ ਸਾਹਮਣੇ ਨਹੀਂ ਆਉਂਦੇ। ਆਪ ਜੀ ਨੂੰ ਇਹਨਾਂ 5 ਗਿਆਨ ਇੰਦਰੀਆਂ ਦੇ ਨਾਲ ਨਹੀਂ ਦੇਖਿਆ ਜਾ ਸਕਦਾ। ਆਡੀਠ ਧਰਮ ਅਤ ਢੀਠ ਕਰਮ, ਅਤ ਢੀਠ। ਇਹ ਪਰਮੇਸ਼ਵਰ ਜੀ ਆਪ ਜੀ ਦੇ ਜਿਹੜੇ ਕਰਮ ਹਨ, ਢੀਠ ਦਾ ਅਰਥ ਹੁੰਦਾ ਦਲੇਰੀ, ਸਾਹਸ। ਆਪ ਜੀ ਦੇ ਜਿੰਨੇ ਵੀ ਕਰਮ ਹਨ ਉਹ ਅਤ ਢੀਠ ਹਨ, ਬੜੇ ਹੀ ਸਾਹਸ ਵਾਲੇ ਹਨ। ਆਪ ਆਪਣੀ ਮਰਜ਼ੀ ਦੇ ਮਾਲਕ ਹੋ। ਇਹ ਨਹੀਂ ਕਿ ਕਿਸੇ ਨੇ ਕਹਿ ਦਿੱਤਾ ਕਿ ਪਰਮੇਸ਼ਰ ਉਹਨੂੰ ਗਰੀਬ ਕਰ ਦੇ ਤੇ ਆਪ ਜੀ ਗਰੀਬ ਕਰ ਦਿੰਦੇ ਹੋ। ਕਿਸੇ ਨੇ ਕਹਿ ਦਿੱਤਾ ਪਰਮੇਸ਼ਰ ਮੈਨੂੰ ਅਮੀਰ ਕਰ ਦੇ ਤੇ ਆਪ ਜੀ ਉਹਨੂੰ ਅਮੀਰ ਕਰ ਦਿੰਦੇ ਹੋ। ਕਿਸੇ ਨੇ ਕਹਿ ਦਿੱਤਾ ਪਰਮੇਸ਼ਰ ਜੀ ਮੈਨੂੰ ਧਰਮੀ ਬਣਾ ਦਿਓ, ਉਹਨੂੰ ਤੁਸੀਂ ਧਰਮੀ ਬਣਾ ਦਿੰਦੇ। ਨਹੀਂ, ਪਰਮੇਸ਼ਰ ਜੀ ਆਪ ਜੀ ਅਤ ਢੀਠ ਹੋ, ਆਪਣੇ ਆਪ ਦੇ ਵਿੱਚ ਰਾਜੀ ਰਹਿੰਦੇ ਹੋ, ਆਪਣੀ ਮਰਜ਼ੀ ਕਰਦੇ ਹੋ, ਭਾਵ ਆਪ ਆਪਣੀ ਮਰਜ਼ੀ ਦੇ ਨਾਲ ਕਿਸੇ ਨੂੰ ਤਖਤਾਂ ਤੇ ਬਿਠਾ ਦਿੰਦੇ ਹੋ ਤੇ ਕਿਸੇ ਨੂੰ ਗਰੀਬ ਕਰ ਦਿੰਦੇ। ਤੁਹਾਡੇ ਕਰਮ ਹਨ, ਇਹ ਤੁਹਾਡਾ ਕਰਮ ਹੈ। ਅਤ ਢੀਠ ਕਰਮ ਅਨਬ੍ਰਣ ਅਨੰਤ, ਅਣਬ੍ਰਣ। हे ਪਰਮੇਸ਼ਰ, ਅਣਬ੍ਰਣ ਜੋ ਜ਼ਖਮੀ ਨਾ ਕੀਤਾ ਜਾ ਸਕੇ। ਪਰਮੇਸ਼ਰ ਆਪ ਜੀ ਦੇ ਉੱਤੇ ਕੋਈ ਚੋਟ ਨਹੀਂ ਲਾ ਸਕਦਾ, ਜ਼ਖਮ ਨਹੀਂ ਤੁਹਾਨੂੰ ਕੋਈ ਦੇ ਸਕਦਾ। ਅਣਬ੍ਰਣ ਅਨੰਤ, ਫਿਰ ਆਪ ਜੀ ਅਨੰਤ ਹੋ, ਸਦੀਵੀ ਹੋ। ਅਣਬ੍ਰਣ ਅਨੰਤ, ਬੇਅੰਤ ਹੋ ਤੁਸੀਂ। ਦਾਤਾ ਮਹੰਤ, ਸਭ ਨੂੰ ਦਾਤਾਂ ਦੇਣ ਵਾਲੇ ਹੋ ਤੇ ਸਭ ਤੋਂ ਵੱਡੇ ਹੋ। ਮਹੰਤ ਦਾ ਅਰਥ ਵੱਡੇ, ਸਭ ਨੂੰ ਦਾਤਾਂ ਦੇਣ ਵਾਲੇ ਤੇ ਸਭ ਤੋਂ ਵੱਡੇ ਹੋ। ਐਸਾ ਆਪ ਜੀ ਦਾ ਸਰੂਪ ਹੈ। ਸੋ ਸਤਿਗੁਰਾਂ ਨੇ ਇਸ ਮੱਧ ਭਾਰ ਛੰਦ ਦੇ ਅੰਦਰ ਇਹ ਬਖਸ਼ਿਸ਼ ਕੀਤੀ ਹੈ। ਅਗਲਾ ਛੰਦ ਜਿਹੜਾ ਹੈ ਹਰ ਬੋਲ ਮਨਾ ਛੰਦ ਤਪ ਪ੍ਰਸਾਦ। ਸਤਿਗੁਰੂ ਜੀ ਇਸ ਛੰਦ ਦੇ ਅੰਦਰ ਬਖਸ਼ਿਸ਼ ਕਰਦੇ ਆ, ਹਰ ਬੋਲ ਮਨਾ ਛੰਦ ਦੇ ਅੰਦਰ ਤਪ ਪ੍ਰਸਾਦ। ਸਤਿਗੁਰੂ ਕਹਿੰਦੇ ਹੈ ਪਰਮੇਸ਼ਰ ਤੇਰੀ ਕਿਰਪਾ ਦੇ ਨਾਲ ਇਹ ਜੋ ਹੈ ਹਰ ਬੋਲ ਮਨਾ ਛੰਦ ਉਚਾਰਦਾ ਹਾਂ
करुणालय है, करुणालय, करुणालय है हे परमेश्वर। करुणा का अर्थ है तरस, आलिया का अर्थ घर। आप जी तरस का घर हो, जीवां दे तरस करन वाले हो, सब जीवां दे उत्ते आप जी तरस करते हो। अर घालिया है, घालिया अर दा अर्थ हुंदा है वैरी, घालिया आप जी वैरियां नूं घालिया, नाश करन वाले हो। तरस दे घर भी हो, ਜਿਹੜੇ जीव आप जी दे अगे झुकदे आ ਉਹਨਾਂ ਦੀ ਆਪ ਜੀ ਰੱਖਿਆ ਕਰਦੇ ਹੋ, ਉਹਨਾਂ ਦੀ ਆਪ ਜੀ ਸਹਾਇਤਾ ਕਰਦੇ ਹੋ। ਫਿਰ ਉਹਨਾਂ ਨੂੰ ਸਤਾਉਣ ਵਾਲੇ ਜਿਹੜੇ ਵੈਰੀ ਹੁੰਦੇ ਆ ਉਹਨਾਂ ਦਾ ਨਾਸ਼ ਕਰਦੇ ਹੋ। ਅਰ ਘਾਲਿਆ ਹੈ, ਤੁਹਾਡਾ ਕੋਈ ਵੈਰੀ ਨਹੀਂ, ਪਰ ਜਿਹੜੇ ਸੰਤਾਂ ਨੂੰ ਸਤਾਉਂਦੇ ਆ, ਜਿਹੜੇ ਤੁਹਾਨੂੰ ਪੂਜਦੇ ਆ ਉਹਨਾਂ ਨੂੰ ਸਤਾਉਂਦੇ ਆ, ਉਹਨਾਂ ਨੂੰ ਆਪ ਜੀ ਘਾਲਿਆ ਹੈ, ਉਹਨਾਂ ਨੂੰ ਖਤਮ ਕਰ ਦਿੰਦੇ ਹੋ। ਅਰ ਵੈਰੀਆਂ ਨੂੰ ਘਾਲਿਆ, ਖਤਮ ਕਰਨ ਵਾਲੇ ਹੋ। ਅਰ ਘਾਲਿਆ ਹੈ, खल खंडन है। खल, खल का अर्थ होंदा है दुष्ट, खंडन का अर्थ है नाश। ते दुष्टां नूं नाश करन वाले, जिहड़े पापी हन, जिहड़े दुष्ट हन, जिहड़े परमेश्वर जी तुहाडा नाम नहीं जपदे, जिहड़े सातक हन, साकत हन, उन्हां नूं आप जी खंडन करन वाले हो, खत्म करन वाले हो। खल खंडन है, महमंडन है हे परमेश्वर। महमंडन, मह का अर्थ धरती, मंडन का अर्थ सजावट। आप धरती नूं सजाउण वाले हो, आप जी ने धरती नूं सजाया होया है। किहदे नाल सजाया होया है? वैरियां दे नाल ते संतां दे नाल। ते फिर आप ही जिहड़े संत लोक हन उन्हां दी रखिया करदे हो ते वैरियां दा नाश करदे हो। यही तुहाडा खेड है, जिन्ने वैरी हन उन्हां नूं नाश करदे हो ते जिहड़े आप जी नूं जपण वाले हन उन्हां ते तरस करदे हो, उन्हां दी सहायता करदे हो। इसे तरह आप जी ने धरती सारी साजी होई है। मैं मंडन है, यही धरती का कार्य जिहड़ा चल रहा है इस तरीके नाल। करुणालय है, अर घालिया है, खल खंडन है, महमंडन है। जगतेश्वर है, जगतेश्वर हे परमेश्वर जी, आप जी जगत दे ईश्वर हो, जगत दे मालक हो। ईश्वर का अर्थ मालक। जगतेश्वर है हे परमेश्वर, तू जगत का ईश्वर है, मालक है, परमेश्वर है हे परमेश्वर, हे परम ईश्वर, तू परम ईश्वर है। भाव जगत का सब तो वड्डा मालक तू ही है, तेरे तो उत्ते होर कोई नहीं। परमेश्वर है, कल कारण है। कल का अर्थ होंदा है काल, कल का वाहिगुरू, कल का अर्थ होंदा है जो जंग युद्ध। हे परमेश्वर जी, आप जी जंग युद्ध का भी कारण तुसीं आप हो, युद्ध रचाउण वाले भी तुसीं हो। दुष्टां दा, पापियां दा ते संतां महापुरुषां दा जिहड़ा युद्ध है उहनूं रचाउण वाले भी तुसीं हो। कल कारण है, इन्हां युद्धां दा कारण भी तुसीं हो। देखो सतगुरां ने आप भी युद्ध कीते आ ते इन्हां दा कारण भी परमेश्वर ने ही दस्सिआ। देखो किन्नी सतगुरां दी महानता, सारा कुछ ही परमेश्वर ते छड्डिआ कि दुष्टां नूं नाश करन वाले भी तुसीं हो ते हे परमेश्वर जी संतां दी रखिया करन वाले भी तुसीं हो। फिर उन्हां संतां दा ते उन्हां दुष्टां दा युद्ध जिहड़ा चलदा है उस युद्ध दी भी कारण तुसीं बनदे हो। कल कारण है, सर्ब उभाਰਨ है। फिर वो जो युद्ध चलदा है उस युद्ध दे विच बचाउण वाले भी तुसीं हो, उस युद्ध दे विच संतां नूं बचाउण वाले भी तुसीं हो ते जां दुष्टां नूं बचाउण वाले भी तुसीं हो। क्योंकि सर्ब उभाਰਨ लिखिआ, सर्ब जे कोई दुष्ट है ਉਹਨੂੰ भी बचाउण वाले तुसीं हो। जंग युद्ध दे विच जदों जंग चल रहा होवे, जे ਉਹਦਾ ਕਿਸੇ ਵਾਰ ਤੋਂ ਬਚ ਗਿਆ ਉਹਨੂੰ भी बचाउण वाले तुसीं हो। ਤੇ ਜੇ कोई संत बच गया ਜਿਹੜਾ धर्म युद्ध ਲਈ जूझ ਰਿਹਾ, सूरमा बच गया, ਉਹਨੂੰ बचाउण वाले भी तुसीं हो। सर्ब उभाਰਨ है, ਸਾਰਿਆਂ ਨੂੰ बचाउण वाला तू ही है परमेश्वर अकाल पुरख। त्रित के धरन है, त्रित, त्रित का अर्थ धरती, धरन का अर्थ है आसरा। त्रित के धरन है हे परमेश्वर, तू धरती का आसरा है। त्रित के धरन है, जग के कारण है हे परमेश्वर, तू जगत का कारण है। भाव जगत नूं बनाउण वाला है। कारण आपां उस दिन गल कीती, कारण हुंदा आ जिवें कोई चीज़ आपां करनी पहुँचना होवे जिवें किते, ते उत्थे जाण वास्ते आपां जो भी काम करदे हो कारण हुंदा साडा किते ना किते जाण दा।
ਤੇ ਜਗਤ ਨੂੰ ਬਣਾਉਣ ਦਾ ਵੀ ਪਰਮੇਸ਼ਰ ਦੇ ਕੋਲ ਕਾਰਨ ਹੈ। ਜਗਤ ਕੇ ਕਾਰਨ ਹੈ। ਪਰਮੇਸ਼ਵਰ ਜੀ ਤੁਸੀਂ ਜਗਤ ਨੂੰ ਕਰਨ ਵਾਲੇ ਹੋ, ਜਗਤ ਨੂੰ ਬਣਾਉਣ ਦਾ ਕਾਰਨ ਵੀ ਤੁਸੀਂ ਆਪ ਹੀ ਹੋ ਤੇ ਜਗਤ ਨੂੰ ਬਣਾਉਣ ਵਾਲੇ ਵੀ ਤੁਸੀਂ ਆਪ ਹੋ। ਜਗ ਕੇ ਕਾਰਨ ਹੈ। ਮਨ ਮਾਨਿਆ ਹੈ। ਇਹ ਪਰਮੇਸ਼ਵਰ ਜੀ ਮੰਨਣ ਯੋਗ ਹੈ ਆਪ ਜੀ ਦੀ ਹਸਤੀ। ਮਨ ਮਾਨਿਆ ਹੈ, ਮਨ ਦੇ ਵਿੱਚ ਮੰਨਣ ਯੋਗ ਹੈ ਆਪ ਜੀ ਦੀ ਹਸਤੀ। ਸਾਰੇ ਹੀ ਆਪ ਜੀ ਨੂੰ ਮੰਨਦੇ ਹਨ। ਜਗਤ ਦੇ ਜਿੰਨੇ ਜੀਵ ਹਨ ਉਹ ਆਪ ਜੀ ਨੂੰ ਮੰਨਦੇ ਹਨ ਕਿ ਇਹ ਪਰਮੇਸ਼ਰ ਤੁਸੀਂ ਜਗ ਦੇ ਕਾਰਨ ਹੋ। ਪਰਮੇਸ਼ਰ ਜੀ ਤੁਸੀਂ ਧਰਤੀ ਦੇ ਆਸਰੇ ਹੋ। ਜਗ ਜਾਣਿਆ ਹੈ, ਮਨ ਮਾਨਿਆ ਹੈ, ਜਗ ਜਾਣਿਆ ਹੈ। ਜਗ ਜਾਣਿਆ, ਜਗਤ ਵਿੱਚ ਜਾਣਨ ਯੋਗ ਹੋ। ਸਾਰਾ ਜਗਤ ਤੁਹਾਨੂੰ ਜਾਣਦਾ ਹੈ। ਸਾਰਾ ਜਗਤ ਆਪ ਜੀ ਦੇ ਅੱਗੇ ਝੁਕਦਾ ਹੈ। ਸਾਰੇ ਜੀਵ ਤੁਹਾਨੂੰ ਨਮਸਕਾਰਾਂ ਕਰਦੇ ਹਨ ਤੇ ਆਪ ਜੀ ਸਾਰੇ ਜਗ ਦੀਆਂ ਜਾਣਨ ਵਾਲੇ ਹੋ। ਜਿੰਨੇ ਵੀ ਜੀਵ ਹਨ ਉਹਨਾਂ ਦੇ ਘਟ ਘਟ ਦੇ ਅੰਦਰ ਆਪ ਵਸੇ ਹੋ ਤੇ ਸਭ ਦੀਆਂ ਜਾਣਨ ਵਾਲੇ ਤੁਸੀਂ ਆਪ ਖੁਦ ਹੋ। ਸਰਬੰ ਭਰ ਹੈ, ਸਾਰਿਆਂ ਨੂੰ ਭਰਨ ਵਾਲੇ ਹੋ। ਭਰ ਭਾਵ ਪਾਲਣ ਵਾਲੇ ਤੁਸੀਂ ਆਪ ਹੋ। ਸਰਬੰ ਭਰ ਹੈ, ਸਰਬੰ ਕਰ ਹੈ, ਫਿਰ ਸਾਰਿਆਂ ਨੂੰ ਪੈਦਾ ਕਰਨ ਵਾਲੇ ਤੁਸੀਂ ਆਪ ਹੋ। ਸਰਬ ਪਾਸਿਆ ਹੈ, ਪਾਸਿਆ ਭਾਵ ਨੇੜੇ, ਪਾਸ, ਕੋਲ, ਸਾਰਿਆਂ ਦੇ ਪਾਸੇ ਭਾਵ ਕੋਲ ਹੀ ਹੈ ਤੂੰ। ਇਹ ਨਹੀਂ ਕਿ ਕਿਸੇ ਨੂੰ ਬਣਾ ਕੇ ਸਾਜ ਕੇ ਤੇ ਤੂੰ ਪਰੇ ਚਲ ਗਿਆ, ਨਹੀਂ, ਸਾਰਿਆਂ ਦੇ ਵਿੱਚ ਹੀ ਵਿਦਮਾਨ ਹੈ, ਸਾਰਿਆਂ ਦੇ ਕੋਲ ਹੈ ਤੂੰ, ਬਿਲਕੁਲ ਨੇੜੇ ਹੈ। ਸਰਬ ਨਾਸਿਆ ਹੈ, ਫਿਰ ਇਹ ਪਰਮੇਸ਼ਰ ਸਾਰਿਆਂ ਨੂੰ ਨਾਸ਼ ਕਰਨ ਵਾਲਾ ਵੀ ਤੂੰ ਆਪ ਹੈ। ਸਾਰਿਆਂ ਨੂੰ ਖਤਮ ਕਰਨ ਵਾਲਾ ਵੀ ਤੂੰ ਆਪ ਖੁਦ ਹੈ। ਸਾਰਿਆਂ ਨੂੰ ਬਣਾਉਣ ਵਾਲਾ, ਸਾਰਿਆਂ ਨੂੰ ਪਾਲਣ ਵਾਲਾ, ਸਾਰਿਆਂ ਨੂੰ ਨਾਸ਼ ਕਰਨ ਵਾਲਾ ਉਹ ਪਰਮੇਸ਼ਰ ਖੁਦ ਹੈ। ਸਰਬ ਪਾਸਿਆ ਹੈ, ਸਰਬ ਨਾਸਿਆ ਹੈ। ਕਰੁਣਾਕਰ ਹੈ, ਕਰੁਣਾਕਰ ਪਰਮੇਸ਼ਵਰ ਜੀ। ਕਰੁਣਾ ਦਾ ਅਰਥ ਹੈ ਤਰਸ, ਆਕਰ ਦਾ ਅਰਥ ਹੈ ਸੋਮਾ, ਖਾਨ। ਆਪ ਜੀ ਕਰੁਣਾ ਦੀ ਖਾਨ ਹੋ, ਕਰੁਣਾ ਦਾ ਘਰ ਹੋ ਵਾਹਿਗੁਰੂ। ਕਰੁਣਾ ਦਾ ਵਾਹਿਗੁਰੂ ਸੋਮਾ ਹੋ ਤੁਸੀਂ। ਤੁਸੀਂ ਤਰਸ ਦੇ ਘਰ ਹੋ, ਤਰਸ ਦਾ ਸੋਮਾ ਹੋ। ਆਪ ਜੀ ਤੋਂ ਵੱਡਾ ਕੋਈ ਜੀਵਾਂ ਤੇ ਤਰਸ ਕਰਨ ਵਾਲਾ ਨਹੀਂ। ਆਪ ਸਭ ਜੀਵਾਂ ਦੇ ਉੱਤੇ ਆਪਣੀ ਨਿਗਾਹ ਰੱਖਦੇ ਹੋ ਤੇ ਸਭ ਦੇ ਉੱਤੇ ਤਰਸ ਕਰਦੇ ਹੋ। ਵਿਸਵੰਬਰ ਹੈ, ਵਿਸਵੰਪਰ, ਵਿਸਵੰਪਰ ਹੈ। हे ਪਰਮੇਸ਼ਵਰ, ਆਪ ਸਭ ਜਗਤ ਤੇ ਵਿਸ਼ਵ, ਵਿਸ਼ਵ ਵਿਸਵੰਪਰ ਭਾਵ ਵਿਸ਼ਵ ਜਗਤ ਪਰ ਸਾਰਿਆਂ ਨੂੰ ਪਾਲਣ ਵਾਲੇ। ਵਿਸਵੰਪਰ ਸਭ ਨੂੰ, ਸਾਰੇ ਵਿਸ਼ਵ ਨੂੰ ਦੇਣ ਵਾਲੇ ਤੁਸੀਂ ਹੋ, ਪਾਲਣ ਵਾਲੇ ਤੁਸੀਂ ਹੋ। ਵਿਸ਼ਵ ਦਾ ਅਰਥ ਹੈ ਵਿਸ਼ਵ, ਜਿਹਨੂੰ ਆਪਾਂ ਕਹਿ ਦਿੰਦੇ ਹਾਂ ਭਰ, ਪਾਲਣਾ ਕਰਨੀ। ਵਿਸ਼ਵੰਪਰ ਹੈ, ਇਹ ਪਰਮੇਸ਼ਰ ਸਾਰਿਆਂ ਨੂੰ ਪਾਲਣ ਵਾਲਾ ਤੂੰ ਹੈ। ਸਰਬੇਸ਼ਵਰ ਹੈ, ਫਿਰ हे ਪਰਮੇਸ਼ਰ ਸਰਬ ਈਸ਼ਵਰ, ਸਭ ਦੇ ਕੋਲ ਤੂੰ ਈਸ਼ਵਰ ਰੂਪ ਹੈ। ਸਰਬ ਈਸ਼ਵਰ, ਸਭ ਦਾ ਤੂੰ ਮਾਲਕ ਹੈ। ਸਰਬ ਈਸ਼ਵਰ, ਸਭ ਦਾ ਮਾਲਕ ਤੂੰ ਹੈ, ਸਾਰਿਆਂ ਦਾ ਈਸ਼ਵਰ ਤੂੰ ਹੈ। ਜਗਤੇਸ਼ਵਰ ਹੈ, ਫਿਰ ਸਾਰਿਆਂ ਦਾ, ਸਾਰੇ ਜਗਤ ਦਾ ਈਸ਼ਵਰ ਤੂੰ ਹੈ। ਸਾਰੇ ਜਗਤ ਦਾ ਮਾਲਕ ਤੂੰ ਹੈ, ਅਕਾਲ ਪੁਰਖ ਪਰਮੇਸ਼ਵਰ। ਬ੍ਰਹਮੰਡਸ ਹੈ, ਇਹ ਪਰਮੇਸ਼ਵਰ ਬ੍ਰਹਮੰਡਸ, ਬ੍ਰਹਮੰਡ ਦਾ ਮਾਲਕ ਤੂੰ ਹੈ। ਬ੍ਰਹਮੰਡਸ ਹੈ, ਸਾਰੇ ਬ੍ਰਹਮੰਡ, ਜਿੰਨੇ ਵੀ ਬ੍ਰਹਮੰਡ ਬਣੇ ਹੋਏ ਆ, ਸਭ ਬ੍ਰਹਮੰਡਾਂ ਦਾ ਮਾਲਕ ਇਹ ਅਕਾਲ ਪੁਰਖ ਪਰਮੇਸ਼ਰ ਤੂੰ ਹੈ। ਬ੍ਰਹਮੰਡਸ ਹੈ। ਖਲ ਖੰਡਸ ਹੈ, ਖਲ ਦਾ ਅਰਥ ਹੈ ਦੁਸ਼ਟ, ਖੰਡਸ ਨਾਸ਼ ਕਰਨ ਵਾਲਾ, ਟੋਟੇ ਟੋਟੇ ਕਰਨ ਵਾਲਾ। ਫਿਰ ਇਹਨਾਂ ਬ੍ਰਹਮੰਡਾਂ 'ਚ ਜਿੰਨੇ ਵੀ ਦੁਸ਼ਟ ਹਨ ਉਹਨਾਂ ਦਾ ਨਾਸ਼ ਕਰਨ ਵਾਲਾ ਵੀ ਤੂੰ ਹੈ, ਉਹਨਾਂ ਨੂੰ ਟੋਟੇ ਟੋਟੇ ਕਰਨ ਵਾਲਾ ਵੀ ਤੂੰ ਹੈ। ਖਲ ਖੰਡਸ ਹੈ। ਪਰ ਤੇ ਪਰ ਹੈ, ਇਹ ਪਰਮੇਸ਼ਰ ਪਰ ਤੇ ਪਰ, ਤੂੰ ਵੱਡਾ ਹੈ ਸਭ ਤੋਂ। ਪਰ ਦਾ ਅਰਥ ਹੈ ਵੱਡਾ, ਵੱਡੇ ਤੋਂ ਵੱਡਾ ਹੈ ਤੂੰ। ਸਾਰੇ ਜਗਤ ਦਾ ਮਾਲਕ ਵੱਡਾ ਹੈ ਤੂੰ। ਕਰੁਣਾਕਰ ਹੈ ਤੇ ਤਰਸ ਦਾ ਘਰ ਹੈ, ਸਭ ਜੀਵਾਂ ਤੇ ਤਰਸ ਕਰਨ ਵਾਲਾ ਤੂੰ ਹੈ। ਤਰਸ ਦਾ ਸੋਮਾ ਤੂੰ ਹੈ, ਸਾਰੇ ਜੀਵਾਂ ਦੇ ਉੱਤੇ ਤੂੰ ਤਰਸ ਕਰਦਾ ਹੈ ਕਿਉਂਕਿ ਤੂੰ ਵੱਡਾ ਹੈ। ਜਪ ਅਜਪਾ ਜਪ ਹੈ, ਇਹ ਪਰਮੇਸ਼ਰ ਅਜਪਾ ਜਪ। ਜਪ ਜਿਵੇਂ ਮੰਤਰ ਉਚਾਰਨੇ, ਹੌਲੀ ਹੌਲੀ ਜਪਣਾ। ਅਜਪਾ ਜਪ, ਅਜਪਾ ਦਾ ਅਰਥ ਹੁੰਦਾ ਹੈ ਜਪਾਂ ਦੀ ਪਹੁੰਚ ਤੋਂ ਪਰੇ। ਪਰਮੇਸ਼ਰ ਅਜਪਾ ਜਪ, ਤੂੰ ਜਪ ਦੇ ਨਾਲ ਜਿਹੜਾ ਹੈ ਉਹਨੂੰ ਪ੍ਰਾਪਤ, ਤੇਰੇ ਤੱਕ ਪਹੁੰਚ ਨਹੀਂ ਬਣਾਈ ਜਾ ਸਕਦੀ। ਕੋਈ ਜਿੰਨਾ ਮਰਜ਼ੀ ਜਿਹੜਾ ਜਪੀ ਜਾਵੇ ਤੇਰਾ ਅੰਤ ਨਹੀਂ ਪਾ ਸਕਦਾ। ਅਜਪਾ ਜਪ ਹੈ।
ਤੂੰ ਐਸਾ ਹੈ। ਅੱਜ ਭਾ ਜਾਪ ਵੀ ਕੋਈ ਜਪੀ ਜਾਵੇ ਤਾਂ ਵੀ ਤੇਰੀ ਜਿਹੜੀ ਹੈ ਉਹ ਹਸਤੀ ਨੂੰ ਬਿਆਨ ਨਹੀਂ ਕਰ ਸਕਦਾ। ਹਾਂ, ਜਪ ਕੇ ਤੇਰੇ ਵਿੱਚ ਉਹ ਲੀਨ ਹੋ ਸਕਦਾ ਹੈ, ਪਰ ਤੇਰੀ ਹਸਤੀ ਨੂੰ ਬਿਆਨ ਨਹੀਂ ਕਰ ਸਕਦਾ। ਅਜ ਭਾ ਜਪ ਹੈ ਤੂੰ, ਅਜ ਭਾ ਜਪ ਹੈ, ਅਥਪਾ ਥਪ ਹੈ। ਫਿਰ ਇਹ ਪਰਮੇਸ਼ਰ ਜੀ, ਆਪ ਜੀ ਨੂੰ ਥਾਪਿਆ ਨਹੀਂ ਜਾ ਸਕਦਾ। ਅਥਪਾ ਥਪ ਹੈ, ਕਿਸੇ ਜਗ੍ਹਾ ਦੇ ਉੱਤੇ ਸਥਾਪਨ ਨਹੀਂ ਕੀਤਾ ਜਾ ਸਕਦਾ। ਜਿਵੇਂ ਮੂਰਤੀ ਨੂੰ ਸਥਾਪਨ ਕੀਤਾ ਜਾਂਦਾ ਹੈ ਨਾ, ਇਸ ਤਰ੍ਹਾਂ ਆਪ ਜੀ ਨੂੰ ਕਿਸੇ ਵਿਸ਼ੇਸ਼ ਤਰੀਕੇ ਦੇ ਨਾਲ ਸਥਾਪਨ ਨਹੀਂ ਕੀਤਾ ਜਾ ਸਕਦਾ। ਅਕਿਰਤਾ ਕਿਰਤ ਹੈ, ਅਕਿਰਤਾ ਕਿਰਤ। ਅਕਿਰਤ ਪਰਮੇਸ਼ਰ ਜੀ, ਤੁਸੀਂ ਕਿਸੇ ਤਰ੍ਹਾਂ ਦੀ ਕੋਈ ਕ੍ਰਿਤੀ ਨਹੀਂ ਹੈ ਤੁਹਾਡੀ, ਭਾਵ ਕਿਸੇ ਤਰ੍ਹਾਂ ਦੀ ਕੋਈ ਮੂਰਤੀ ਨਹੀਂ ਹੈ ਤੁਹਾਡੀ, ਕੋਈ ਕਿਰਤ ਜਿਹੜੀ ਉਹ ਬਣਾਈ ਨਹੀਂ ਹੈ ਤੁਹਾਡੀ, ਕੋਈ ਕਲਾ ਕਿਰਤੀ ਜਿਹੜੀ ਉਹ ਨਹੀਂ ਬਣਾਈ ਜਾ ਸਕਦੀ। ਅਕਿਰਤਾ ਕਿਰਤ ਹੈ, ਤੂੰ ਹੈ ਕਿਰਤ, ਤੇਰੀ ਮੂਰਤ ਹੈ, ਪਰ ਹੈ ਤੂੰ ਅਕ੍ਰਿਤ, ਭਾਵ ਤੇਰੀ ਮੂਰਤੀ ਪੱਥਰ ਦੀ ਜਾਂ ਕਿਸੇ ਤਰ੍ਹਾਂ ਦਾ ਕੋਈ ਲੇਖਾ ਚਿੱਤਰ ਨਹੀਂ ਬਣਾਇਆ ਜਾ ਸਕਦਾ। ਐਸੀ ਪਰਮੇਸ਼ਰ ਤੇਰੀ ਹਸਤੀ ਹੈ। ਅੰਮ੍ਰਿਤਾ ਮ੍ਰਿਤ ਹੈ, ਅਕਿਰਤਾ ਕਿਰਤ ਹੈ, ਅੰਮ੍ਰਿਤਾ ਮ੍ਰਿਤ ਹੈ। हे ਪਰਮੇਸ਼ਰ, ਅੰਮ੍ਰਿਤਾ ਭਾਵ ਮਰਨ ਤੋਂ ਰਹਿਤ ਹੈ, ਤੂੰ ਮਰਦਾ ਨਹੀਂ। ਅੰਮ੍ਰਿਤਾ ਮ੍ਰਿਤ ਹੈ, ਸਾਰਿਆਂ ਨੂੰ ਮੌਤ ਦੇਣ ਵਾਲਾ ਤੂੰ ਹੈ, ਪਰ ਆਪ ਨੂੰ ਕਦੀ ਵੀ ਨਾਸ਼ ਨਹੀਂ ਹੁੰਦਾ, ਆਪ ਨੂੰ ਕਦੀ ਵੀ ਜਿਹੜਾ ਹੈ ਉਹ ਖਤਮ ਨਹੀਂ ਹੁੰਦਾ। ਤੈਨੂੰ ਕੋਈ ਵੀ ਮਾਰ ਨਹੀਂ ਸਕਦਾ, ਕੋਈ ਵੀ ਜਿਹੜਾ ਹੈ ਤੈਨੂੰ ਮੌਤ ਨਹੀਂ ਆ ਸਕਦੀ। ਐਸਾ ਤੂੰ ਹੈ ਅਕਾਲ ਪੁਰਖ ਪਰਮੇਸ਼ਵਰ ਤੂੰ ਹੈ। ਸੋ ਸਾਧ ਸੰਗਤ, ਇੱਥੇ ਆਪਾਂ 177 ਬੰਦ ਸੰਪੂਰਨ ਕਰ ਲਏ ਆ। ਬਾਕੀ ਦੀ ਸੰਥਿਆ ਜਿਹੜੀ ਆ ਉਹ ਰਹਿ ਗਈ, ਉਹ ਆਪਾਂ ਕੱਲ ਜਾਂ ਪਰਸੋਂ ਤੱਕ ਸੰਪੂਰਨ ਹੋ ਜਾਏਗੀ। ਫਿਰ ਉਸ ਤੋਂ ਬਾਅਦ ਆਪਾਂ ਜੋ ਸੁਖਨੀ ਸਾਹਿਬ ਹੈ, ਸੁਖਨੀ ਸਾਹਿਬ ਦੀ ਸੰਥਿਆ ਜਿਹੜੀ ਆ ਉਹ ਆਰੰਭ ਕਰਨੀ ਹੈ। ਸੋ ਇੱਥੇ ਆਪਾਂ ਜਿਹੜੀ ਹੈ ਇਸ ਸੰਥਿਆ ਦੀ ਸਮਾਪਤੀ ਕਰਦੇ ਹਾਂ। ਸੋ ਆਪ ਸੰਗਤ ਨੇ ਜੇ ਕਿਸੇ ਨੇ ਕੁਝ ਪੁੱਛਣਾ ਹੈ ਤੇ ਆਪਣਾ ਮਾਈਕ ਔਨ ਕਰਕੇ ਆਪ ਜੀ ਪੁੱਛ ਸਕਦੇ ਹੋ, ਤੇ ਫਿਰ ਉਸ ਤੋਂ ਬਾਅਦ ਆਪਾਂ ਸਮਾਪਤੀ ਕਰੀਏ। ਹਾਂਜੀ ਵਾਹਿਗੁਰੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ। ਹਾਂ ਗਿਆਨੀ ਜੀ, ਆਪ ਜੀ ਦੇ ਚਰਨਾਂ 'ਚ ਪਹਿਲਾਂ ਵੀ ਮੈਂ अर्ज की सी। हाँ जी। वो बस एक चाचरी छंद छूट गया मेरा, बहुत छोटा जा चाचरी छंद हैगा। गोविंदे मुकंदे उदारे अपारियंग करियंग निर्नामे अकामे। ਅੱਛਾ, ਨਹੀਂ ਉਹ ਬਾਅਦ ਵਿੱਚ ਆਇਆ ਸੀ, ਜਿਸ ਦਿਨ ਤੁਸੀਂ ਮੈਨੂੰ ਕਾਲ ਕੀਤੀ ਉਸ ਤੋਂ ਬਾਅਦ ਆਇਆ ਸੀ, ਤੇ ਮੈਂ ਕਿਹਾ ਸ਼ਾਇਦ ਤੁਸੀਂ ਉਹ ਸੁਣ ਲਿਆ ਹੋਵੇ, ਪਰ ਕੋਈ ਗੱਲ ਨਹੀਂ, ਮੈਂ ਤੁਹਾਨੂੰ मैं तबियत मेरा बीपी हाई हो गया सीगा, 2-4 दिन ਦਾ ਮੇਰਾ ਗੈਪ ਹੋ ਗਿਆ ਬਿਮਾਰ ਹੋਣ ਕਰਕੇ। ਠੀਕ ਹੈ, ਤੁਸੀਂ ਪਰਮਜੀਤ ਸਿੰਘ ਉਹਨਾਂ ਨੂੰ ਫੋਨ ਕਰ ਲਿਓ, ਉਹ ਤੁਹਾਨੂੰ ਕਰਵਾ ਦੇਣਗੇ। ਜੀ ਹਾਂ ਜੀ, ਹਾਂਜੀ ਠੀਕ ਹੈ ਜੀ। ਸਤਿਵਚਨ ਜੀ। ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਖਾਲਸਾ ਜੀ, ਮੇਰਾ 102 ਬੰਦ ਜਿੱਥੇ ਆਪਣਾ ਸਮਾਪਤ ਹੁੰਦਾ, ਹਾਂਜੀ, ਤੇ ਭਗਤੀ ਛੰਦ ਆਉਂਦਾ ਤਵ ਪ੍ਰਸਾਦ, ਅਸੀਂ ਉਹਨੂੰ ਪ੍ਰਸਾਦ ਹੀ ਕਹਿੰਦੇ ਆ, ਕੱਥ ਤੇ ਪ੍ਰਸਾਦ, ਭਗਵਤੀ ਛੰਦ ਤਵ ਪ੍ਰਸਾਦ ਕੱਥ ਤੇ। ਔਰ ਹੈ ਪੱਪਾ ਰਾਰੇ ਨੂੰ ਕਰਨਾ, ਰਾਰੇ ਦੇ ਪੈਰ 'ਚ ਰਾਰਾ ਵੀ ਆ। ਨਹੀਂ ਨਹੀਂ, ਉਹ ਨਾ ਕੋਈ ਮਿਸਪ੍ਰਿੰਟ ਹੋਏਗਾ ਗੁਟਕਾ ਸਾਹਿਬ 'ਚ, ਉਹ ਪ੍ਰਸਾਦ ਹੀ ਹੈ। ਪ੍ਰਸਾਦ ਹੀ ਠੀਕ ਹੈ। ਹਾਂਜੀ, ਫਿਰ ਇਹ ਇੱਥੇ ਇਹਦੇ ਤੇ ਆਉਣ ਡਿਆ ਸੀਗਾ, ਮੋਬਾਈਲ ਤੇ ਆਉਣ ਡਿਆ ਵਾ, ਗੁਟਕੇ 'ਚ ਨਹੀਂ ਆ, ਮੋਬਾਈਲ ਤੇ ਆਉਂਦਾ। ਹਾਂਜੀ, ਉਹ ਨਾ ਜਦੋਂ ਹੁੰਦਾ ਹੈ ਨਾ, ਉਹ ਕਰਦੇ ਆ ਇੱਥੇ ਮੋਬਾਈਲ ਦੇ ਉੱਪਰ, ਉਹ ਥੋੜਾ ਜਿਹਾ ਮਿਸਟੇਕ ਹੋ ਜਾਂਦੀ ਹੈ ਅੱਖਰ ਦੀ, ਤੇ ਉਹਦਾ ਉੱਤੇ ਸ਼ਬਦ ਪ੍ਰਸਾਦ ਹੀ ਹੈ। ਠੀਕ ਹੈ ਜੀ, ਉਹ ਮੈਨੂੰ ਡਾਊਟ ਹੀ ਥੋੜਾ ਜਿਹਾ। ਚਲੋ ਜੀ, ਵਾਹਿਗੁਰੂ ਜੀ। ਹਾਂਜੀ ਹਾਂਜੀ। ਐਪ ਕਿਹੜੀ ਯੂਜ਼ ਕਰਦੇ ਹੋ ਪਾਠ ਕਰਨ ਵਾਸਤੇ? ਗੁਟਕਾ ਸਾਹਿਬ ਵੀ ਕਰੀਦਾ ਤੇ ਮੋਬਾਇਲ ਤੋਂ ਵੀ ਕਰ ਲਈਦਾ। ਇੱਕ ਜਣਾ ਗੁਟਕਾ ਫੜ ਲੈਂਦਾ, ਇੱਕ ਜਣਾ ਮੋਬਾਇਲ ਤੋਂ। ਸੰਗਤੀ ਰੂਪ ਚ ਸਵੇਰੇ ਅੰਮ੍ਰਿਤ ਬਾਣੀ ਕਰਦੇ ਆ ਦੋਵੇਂ, ਆਪਣੇ ਸਰਦਾਰ ਜੀ ਤੇ ਮੈਂ। ਠੀਕ ਹੈ, ਕੋਈ ਨਹੀਂ, ਜੇ ਤੇ ਗੁਟਕਾ ਸਾਹਿਬ ਹੈ ਤੇ ਉੱਥੋਂ ਤੁਸੀਂ ਠੀਕ ਕਰ ਸਕਦੇ ਹੋ। ਵੈਸੇ ਤਾਂ ਪ੍ਰਸਾਦ ਹੀ ਹੈ ਤੇ ਪੱਪਾ ਪੈਰ ਚ ਰਾਰਾ, ਸੱਸੇ ਕੰਨਾਂ ਦਾ ਦੇਸਿਆਰੀ, ਇਸ ਤਰ੍ਹਾਂ ਹੈ। ਠੀਕ ਹੈ ਜੀ। ਹਾਂਜੀ ਵਾਹਿਗੁਰੂ ਜੀ ਖਾਲਸਾ, ਵਾਹਿਗੁਰੂ ਜੀ। ਹਾਂਜੀ, ਹੋਰ ਵਾਹਿਗੁਰੂ ਜੀ, ਕਿਸੇ ਨੇ ਪੁੱਛਣਾ ਹੈ ਕੁਛ? ਨਹੀਂ ਤੇ ਫਿਰ ਆਪਾਂ ਸਮਾਪਤੀ ਕਰੀਏ। ਸੋ ਆਪ ਸਭ ਸੰਗਤ ਦਾ ਬਹੁਤ ਬਹੁਤ ਧੰਨਵਾਦ। ਹਾਂਜੀ, ਦੀਪ ਅਰਸ਼ ਜੀ, ਵਾਹਿਗੁਰੂ। ਚਲੋ ਠੀਕ ਹੈ ਸਾਧ ਸੰਗਤ, ਆਪ ਸਭ ਸੰਗਤ ਦਾ ਧੰਨਵਾਦ।
ਇਸੇ ਤਰ੍ਹਾਂ ਆਪ ਜੀ ਨੇ ਜੁੜਦੇ ਰਹਿਣਾ। ਅੰਮ੍ਰਿਤ ਵੇਲੇ ਦੀ ਕਲਾਸ ਹੁੰਦੀ ਹੈ 11:30 ਤੇ ਸ਼ਾਮ ਦੀ ਕਲਾਸ 6 ਵਜੇ ਹੁੰਦੀ ਹੈ। ਇਹਨਾਂ ਦੋਵਾਂ ਕਲਾਸਾਂ ਤੋਂ ਬਹੁਤ ਸਿੱਖਣ ਨੂੰ ਮਿਲ ਰਿਹਾ, ਸਾਨੂੰ ਵੀ ਮਿਲ ਰਿਹਾ, ਆਸ ਹੈ ਕਿ ਤੁਹਾਨੂੰ ਵੀ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਹੋਏਗਾ। ਸੋ ਇੰਨੀਆਂ ਕੁ ਹਾਂਜੀ। ਇੱਕ ਬੇਨਤੀ ਹੋਰ ਹੈ ਕਿ ਜੇ ਕਿਸੇ ਨੇ ਗੁਰਮਤਿ ਗਿਆਨ ਹਿੰਦੀ, ਜੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਰਸਾਲਾ ਹੁੰਦਾ ਹੈ, ਹਰ ਮਹੀਨੇ ਦਰਬਾਰ ਸਾਹਿਬ ਵੱਲੋਂ ਆਉਂਦਾ ਹੈ ਘਰ। ਉਹਦੇ ਵਿੱਚ ਸਾਰਾ ਮਹੀਨਾ ਜੋ ਹੁੰਦਾ ਹੈ, ਉਹਦੇ ਵਿੱਚ ਜੋ ਵੀ ਆਉਣਾ ਹੈ, ਜਿਵੇਂ ਜਿਸ ਗੁਰੂ ਸਾਹਿਬ ਦਾ ਗੁਰਪੁਰਬ ਆਉਣਾ ਹੈ, ਜੋਤੀ ਜੋਤ ਪੁਰਬ ਆਉਣਾ ਹੈ, ਜਾਂ ਕਿਸੇ ਸ਼ਹੀਦ ਦਾ ਦਿਨ ਆਉਣਾ ਹੈ, ਉਹਨਾਂ ਦੇ ਬਾਰੇ ਵਿਚਾਰ ਹੁੰਦੀ ਹੈ, ਲਿਖਿਆ ਹੁੰਦਾ ਹੈ, ਉਹਨਾਂ ਦੇ ਵਿਸ਼ੇਸ਼ ਲੇਖ ਲਿਖੇ ਹੁੰਦੇ ਉਹਦੇ ਵਿੱਚ, ਹਿੰਦੀ ਦੇ ਵਿੱਚ ਹੁੰਦਾ ਹੈ ਰਸਾਲਾ। ਤੇ ਜੇ ਕਿਸੇ ਨੇ ਉਹ ਰਸਾਲਾ ਆਪਣੇ ਘਰ ਲਵਾਉਣਾ ਹੈ ਤੇ ਉਹ ਐਡਰੈਸ ਪਰਸਨਲ ਨੰਬਰ ਦੇ ਉੱਪਰ ਆਪ ਜੀ ਭੇਜ ਸਕਦੇ ਹੋ ਦਾਸ ਨੂੰ, ਤੇ ਉਹ ਫ੍ਰੀ ਆਫ ਕਾਸਟ ਹੈ, ਕਿਸੇ ਤਰ੍ਹਾਂ ਦਾ ਉਹਦਾ ਕੋਈ ਪੈਸਾ ਨਹੀਂ ਲਿਆ ਜਾਂਦਾ, ਤੇ ਉਹ ਆਪ ਜੀ ਐਡਰੈਸ ਭੇਜ ਕੇ ਉਹ ਰਸਾਲਾ ਜਿਹੜਾ ਲਗਵਾ ਸਕਦੇ ਹੋ। ਸੋ ਇੰਨੀਆਂ ਕੁ ਬੇਨਤੀਆਂ ਆਪ ਜੀ ਨੇ ਪ੍ਰਵਾਨ ਕਰਨੀਆਂ। ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।